ਧੰਨੋ ਵਾਹਿਗੁਰੂ ਜੀਓ। ਫਰੀਦਾ ਤਨ ਸੁਕਾ ਪਿੰਜਰ ਥੀਆ, ਤਲੀਆਂ ਖੂੰਡਹਿ ਕਾਗ। ਅਜੈ ਸੋ ਰੱਬ ਨਾ ਬਾਹੁੜਿਓ, ਦੇਖ ਬੰਦੇ ਕੇ ਭਾਗ। ਫਰੀਦਾ ਤਨ ਸੁਕਾ ਪਿੰਜਰ ਥੀਆ, ਤਲੀਆਂ ਖੂੰਡਹਿ ਕਾਗ। ਅਜੈ ਸੋ ਰੱਬ ਨਾ ਬਾਹੁੜਿਓ, ਦੇਖ ਬੰਦੇ ਕੇ ਭਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਸਤ ਸੰਗਤ ਰੂਪ ਵਿੱਚ ਸੱਜ ਕੇ ਮਹਾਰਾਜ ਦੀ ਪਾਵਨ ਬਾਣੀ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਆਪਾਂ ਸਾਰਿਆਂ ਨੂੰ ਬਖਸ਼ਿਸ਼ ਰੂਪ ਵਿੱਚ ਪ੍ਰਾਪਤ ਹੋਇਆ ਹੈ। ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਬੜੇ ਸਤਿਕਾਰ ਸਹਿਤ ਸ਼ਰਵਣ ਕੀਤੇ ਹਨ। ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਜੋ ਲੜੀਵਾਰ ਵਿਚਾਰ ਆਪਾਂ ਸਮਝਣ ਦਾ ਯਤਨ ਕਰ ਰਹੇ ਹਾਂ, ਇਸ ਲੜੀ ਤਹਿਤ ਆਪ ਜੀ ਨੇ 90 ਨੰਬਰ ਸ਼ਲੋਕ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1382 ਉੱਪਰ ਸੁਭਾਇਮਾਨ ਹੈ, ਆਪ ਜੀ ਨੇ ਸ਼ਲੋਕ ਦਾ ਪਾਠ ਸ਼ਰਵਣ ਕੀਤਾ ਹੈ। ਸੰਸਾਰ ਵਿੱਚ ਵਿਚਰਦਿਆਂ ਹੋਇਆਂ ਇਸ ਤੋਂ ਜੋ ਪਿਛਲੇ ਸ਼ਲੋਕ ਵਿੱਚ ਭਾਵ ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਦੱਸਿਆ ਹੈ ਵੀ ਸੰਸਾਰ 'ਚ ਵਿਚਰਦਿਆਂ ਵੇਖੋ ਕਿੰਨੇ ਖੂਬਸੂਰਤ ਔਰ ਕੀਮਤੀ ਵਧੀਆ ਸੁਹੰਡਣੇ ਇਹ ਪਦਾਰਥ ਹਨ, ਸੰਸਾਰ ਦੇ ਚੀਜ਼ਾਂ ਹਨ, ਵਸਤੂਆਂ ਹਨ। ਇਹ ਸਾਰੀਆਂ ਹੀ ਸਾਨੂੰ ਬਖਸ਼ਿਸ਼ ਰੂਪ ਵਿੱਚੋਂ ਕੁਦਰਤ ਦੇ ਸੋਮਿਆਂ ਰਾਹੀਂ ਪ੍ਰਾਪਤ ਹੋਈਆਂ ਹਨ, ਪਰ ਮਨੁੱਖ ਇਹਨਾਂ ਦੇ ਸਵਾਦ ਅਤੇ ਚਸਕੇ ਨੂੰ ਸਭ ਤੋਂ ਉੱਪਰ ਰੱਖ ਕੇ ਜੀਵਨ ਦੇ ਬਾਕੀ ਪਹਿਲੂਆਂ ਨਾਲੋਂ ਭੁੱਲ ਜਾਂਦਾ ਹੈ, ਵਿਸਰ ਜਾਂਦਾ ਹੈ, ਟੁੱਟ ਜਾਂਦਾ ਹੈ ਤੇ ਮੋਹ ਵਸ, ਚਸਕਿਆਂ ਵਸ, ਵਿਕਾਰਾਂ ਵਿੱਚ ਪੈ ਕੇ ਇਸ ਨੂੰ ਇਹ ਵੀ ਭੁੱਲ ਜਾਂਦਾ ਹੈ ਜੋ ਜੋ ਵੰਝੈ ਡੀਹੜਾ ਸੋ ਉਮਰ ਹੱਥ ਪਵਾਉਂਦਾ। ਵੀ ਜਿਹੜਾ ਜਿਹੜਾ ਦਿਨ ਵੀ ਜ਼ਿੰਦਗੀ ਦਾ ਗੁਜ਼ਰ ਰਿਹਾ ਹੈ, ਲੰਘ ਰਿਹਾ ਹੈ, ਉਹ ਮੇਰੀ ਉਮਰ ਨੂੰ ਹੱਥ ਪਾ ਰਿਹਾ, ਭਾਵ ਮੇਰੀ ਉਮਰ ਨੂੰ ਘਟਾਈ ਜਾ ਰਿਹਾ, ਮੇਰੇ ਵਕਤ ਨੂੰ ਖੂੰਜੇ ਲਾਈ ਜਾ ਰਿਹਾ ਹੈ, ਵਕਤ ਨੂੰ ਘਟਾ ਕੇ ਮੇਰੀ ਜ਼ਿੰਦਗੀ ਨੂੰ ਛੋਟਿਆਂ ਕਰਦਾ ਜਾ ਰਿਹਾ ਹੈ। ਤੋ ਇਸ ਤੋਂ ਅਗਲਾ ਸ਼ਲੋਕ ਹੈ ਜਿਸ ਦਾ ਆਪ ਜੀ ਨੇ ਹੁਣੇ ਹੀ ਪਾਠ ਸ਼ਰਵਣ ਕੀਤਾ ਹੈ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡਹਿ ਕਾਗ। ਇਹ 2-3 ਸ਼ਲੋਕ ਅਸਲ ਵਿੱਚ ਇਕੱਠੇ ਹਨ, ਜਿਨ੍ਹਾਂ ਦੇ ਵਿੱਚ ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਵਿਕਾਰਾਂ ਨੂੰ ਕਾਗ ਕਹਿ ਕੇ, ਕਾਂ ਕਹਿ ਕੇ ਇੱਕ ਬਿੰਬ ਸਿਰਜ ਕੇ ਆਪਣਾ ਉਪਦੇਸ਼ ਜਿਹੜਾ ਇਹਨਾਂ ਸ਼ਲੋਕਾਂ ਦੇ ਰਾਹੀਂ ਸਾਡੇ ਨਾਲ ਸਾਂਝਾ ਕੀਤਾ ਹੈ। ਕਿਉਂਕਿ ਕਿਸੇ ਚੀਜ਼ ਦੀ ਤਸ਼ਬੀਹ ਦੇਣਾ, ਜਿਸ ਨੂੰ ਆਪਾਂ ਕਹਿੰਦੇ ਹਾਂ ਕੰਪੇਅਰ ਕਰਕੇ ਕਿਸੇ ਚੀਜ਼ ਦੇ ਸੁਭਾਅ ਨਾਲ ਇੱਕ ਚੀਜ਼ ਨੂੰ ਬਿਆਨ ਕਰਨਾ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਹੁਤ ਥਾਈਂ ਆਇਆ, ਪ੍ਰਤੀਕ ਵਰਤੇ ਹਨ, ਬਿੰਬ ਸਿਰਜੇ ਹਨ। ਜਿਵੇਂ ਆਪਾਂ ਪਹਿਲੇ ਦੀਵਾਨਾਂ ਵਿੱਚ ਇੱਕ ਸੰਖੇਪ ਜਿਹੀ ਗੱਲ ਸਾਂਝੀ ਕੀਤੀ ਸੀ, ਬਗਲਾ ਸ਼ਬਦ ਵਿਖਾਵੇਬਾਜ਼ ਤੇ ਪਖੰਡੀ ਲਈ ਗੁਰਬਾਣੀ ਵਿੱਚ ਆਇਆ ਹੈ। ਹੰਸ ਸ਼ਬਦ ਵਿਵੇਕੀ ਪੁਰਖ ਲਈ ਗੁਰਬਾਣੀ ਦੇ ਵਿੱਚ ਆਇਆ ਹੈ। ਇਸੇ ਤਰ੍ਹਾਂ ਜਿਹੋ ਜਿਹੀਆਂ ਬਿਰਤੀਆਂ ਦਾ ਸਤਿਗੁਰੂ ਨੇ ਜਿੱਥੇ ਵਫਾਦਾਰੀ ਦੀ ਗੱਲ ਕੀਤੀ, ਉੱਥੇ ਵੀ ਕੁੱਤੇ ਦੀ ਉਦਾਹਰਣ ਵਰਤੀ।
जिथे लोभी ते लालची बिरती की गल की उत्थे भी कुत्ते की उदाहरण वरती। दोवें पहलू ही इस चीज़ के लए। जिथे कामी की गल की सतगुरु ने उत्थे हाथी तो भाव लिया। जिथे विषयां का बोझ चुक के लालच वस जिंदगी जींदा ते बेसमझी के आलम विच गरकिया रहिंदा मनुख, उत्ते गधे की तुलना सतगुरु ने बाणी च मनुख वास्ते की है। दरअसल महाराज ने इत्थे कर्म विहार की गल की है कि जिहो जिहा कर्म है मनुख का, जिहो जिहा विहार है, उस तरह की तशबीह तुलना दे के बाणी विच महाराज ने कुछ समझाउण दा यतन किया। इन्हां श्लोकां दे विच विषयां ते विकारां नूं कां किहा। आम रूप विच आपां वेखदे सां जिउंदे पशुआं दे उत्ते भी पंछी, खास तौर ते कां वर्गे जिहड़े पंछी हन वो ठूंगे मारदे सन। छोटा बच्चा घर विच जमांदरू छोटा बच्चा जिहड़ा नव जन्मिया बच्चा, कुछ दिनां दा बच्चा है, उन्होंने मंजे के उत्ते लटा के माँ इधर उधर हो जाए तो सब तो पहला बाकी सारे पंछियों नालों कां उसनों पहला चुंझ मारन की कोशिश करेगा, उसका कूड़ा मास का लोथड़ा वेख के। इस तरह ही कोई छोटा कटड़ा वछड़ा होवे मझ गां दा ते उसनों कां ठूंगे मारदे सन। कुछ दिन उहदी राखी भी करनी पैंदी सी। जदों कोई पशु आदक मर जांदा सी तां कां आदकी बाकी जानवरां दे नाल उहनूं सब तो पहला आके चूंडदा ते खांदा। इसलिए महाराज ने बाणी विच कां दा एक बिंब, एक प्रतीक वरतिया, मास चूंडण वाला। गंदगी विच मूँह मारन तो भी भाव कौआ काग कौ अमृत रस पाइए तिपतै विष्टा खाए मुख गोह है। ਇਹਦਾ ਭਾਵ है ਕਾਂ ਦਾ ਸੁਭਾਅ है, ਉਹਨੂੰ ਤੁਸੀਂ ਚੰਗਾ ਭੋਜਨ ਰੱਖ ਦਿਓ, ਉਹਦੇ 'ਚ ਵੀ ਚੁੰਝ ਮਾਰ ਲਏਗਾ ਤੇ ਗੰਦਗੀ ਦੇ ਵਿੱਚ ਵੀ ਉਸਨੇ ਮੂੰਹ ਮਾਰਨਾ ਹੁੰਦਾ। ਮਰੇ ਹੋਏ ਪਸ਼ੂਆਂ ਦਾ ਮਾਸ ਵੀ ਉਸਨੇ ਚੂੰਡ ਕੇ ਖਾ ਲੈਣਾ ਹੁੰਦਾ। ਇਹ ਉਸ ਦੀ ਬਿਰਤੀ ਹੈ। ਇਸ ਬਿਰਤੀ ਨੂੰ ਸਤਿਗੁਰੂ ਮਹਾਰਾਜ ਨੇ ਜਦੋਂ ਮਨੁੱਖ ਦੇ ਅੰਦਰ ਵੇਖਿਆ ਵੀ ਚੰਗੇ ਮੰਦੇ ਦੀ ਪਛਾਣ ਕੀਤੇ ਬਿਨਾਂ ਤੇ ਸਹੀ ਨੂੰ ਗ੍ਰਹਿਣ ਕਰਕੇ माड़े का त्याग किए बिना सब कुछ ही एक्सैप्ट करता है, हर एक चीज़ की प्रैक्टिस ही करी जाता है, ना कुछ छड्डदा है, ना कुछ त्यागदा है, तो ना कुछ चंगा ग्रहण करता है। उत्थे इस बिरती नूं महाराज ने कां नाल तुलना दी। तो मासूम बच्चे के उत्ते भी जिस वेले एक कां ठूंगे मारदा है, मरे हुए के उत्ते भी ठूंगे मारदा है। ਇਹਦਾ भाव है भी वो अपनी बिरती के मुताबिक चलता है, उन्होंने इस नाल कोई मतलब नहीं भी सामने की है। विकार जिहड़ा है वो बच्चे के उत्ते भी प्रभाव पा सकता है, जवानी विच भी, बुढ़ेपे विच भी, हर जगह के उत्ते। विकार का जोर उत्थे वध जाता है जदों मनुख विकारां दी औगणां दी प्रैक्टिस कर करके सुरत करके बिल्कुल ही जानहीन हो जाता है, जिसनों आखां जीवां विसरै मर जाऊं, आत्मक मौते मरिया होया इंसान। तो कुछ इस तरह के भाव के लखायक हैं इत्थे जो काग कौआ कां शब्द जिहड़ा है इन्हां श्लोकां विच वरते। तन सुक्का, सुक्के तो भाव है लिसा हो गया, कमज़ोर हो गया। शरीर तो भाव है जीवन। हो सकता है मनुख फिजिकली शरीरक तौर के उत्ते चंगा हट्टा कट्टा होवे, चंगा भरवें शरीर का होवे, कोई जरूरी नहीं इत्थे शरीर के कमज़ोर होने की गल है। गुरबाणी विच तन शब्द संकेतक है जीवन वास्ते, मनुखी जीवन लई। जीवन विच कमज़ोरी आ गई, जीवन दे विच जानी कि मनुख की सुरत जिहड़ी वो कमज़ोर हो गई, निताणी हो गई, बलहीन हो गई भी वो हुण विषय ते विकारां दा मुकाबला करन दे योग नहीं रही, क्योंकि उसने सच धर्म गुणां दा अभ्यास त्याग दिता ते सुरत कमज़ोर हो गई। जीवन विच निताणापन आ गया, बलहीन हो गया जीवन। तन सुक्का पिंजर थिया, यानी कि बेहद निर्बल अवस्था हो गई, बेहद वीकनेस आ गई। सच वाली कमाई जिहड़ी है एकदम उहदा इउं कह लो भी अभ्यास छुट जाण करके सुरत बिल्कुल ही कमज़ोरी के आलम में चली गई। तड़ियां खूंडें काग, तो इसकी कमज़ोरी के उत्ते विकार रूपी कां इसनूं होर चूंड के खा रहा है, होर चूंड के। कितना खूबसूरत प्रतीक है।
क्रोध मनुख के जीवन में सारा कुछ भी गवा देना उहदा, भैन भाई दोस्त मित्र रिश्तेदार समाज के लोग दूर रहन लग जान क्रोध करके भी बंदा बड़ा क्रोधी है, ये नुकसान करेगा। कुछ डरदे दूर हो जान, कुछ समझदारी नाल दूर हो जान, कुछ सानू अवॉइड करना शुरू कर देन, अणदेखा करन, ते असीं घाटे भी बड़े खा लईए कि रिश्तेदार दूर हो गए, सारा कुछ जीवन का जो सी वो गवा लिया बंदे ने क्रोध करके। पर ये बावजूद भी जदों इस अवस्था च बंदा पहुँच जाए कोई, फिर भी क्रोध उहदा खैड़ा थोड़ी छड्डदा, फिर बंदा अपनी हिंड नूं पगाउंदा रहिंदा भी कोई गल नहीं, हुण जे इन्ना कुछ क्रोध करके गवाया तो हुण काहनूं छड्डना, ते ना क्रोध ही बंदे दा खैड़ा छड्डदा। लोभ करके बंदे ने सारा कुछ गवा लिया, लोभ फिर भी मनुख का खैड़ा नहीं छड्डदा। ये जिहड़ी उदाहरण इस करके इस भाव दे विच वरती है, जीवन निताणा ते निर्बल हो गया, विषयां नूं कमा कमा के, सच का जोर नहीं रहा जीवन च, प्रभाव नहीं रहा जीवन च, धर्म सत खत्म हो गया, गुणां दा प्रभाव जीवन च है नहीं, पर इहदे बावजूद भी वकार इसनूं चूंड चूंड के अजे तक खा रहे। जिन्ना एक कमज़ोर होई जा रहा है, सच वल्लों बेमुख होई जा रहा है, उन्ना ही वकार होर प्रभावशाली ढंग नाल इसनूं दुखी कर रहे ने, इसनूं अपना खाजा बना रहे। ते अगे पंक्ति विच फरमाया, कहण लगे अजय सो रब ना बाहुड़ियो, अजे तक भी रब ताई इहदी बौड़ी नहीं हुई, पहुँच नहीं हुई। देख बंदे के भाग, बंदे दे भाग वेखो, इहदा जीवन दा हाल वेखो। आपां उहनूं कह देना बदकिस्मत दुरभागा बंदा, रब ना बौड़िया, अजे तक इहदी रब तक बौड़ी नहीं हुई, जां रब इहदे तक नहीं बौड़िया। हुण इस एक प्रतीक हुंदा, आम पंजाबी बोली विच हुंदा है। हुण मनुख ने किसे नाल गवा लई होवे, किसे नाल गवा लई होवे, बना के ना रखी होवे, ते मनुख दे मंदे कर्म करके वो बंदा लोड़ वेले भी उहदे कोल ना आए, ते आपां कहने वेखो किसे रिश्तेदार ने भी इहदी बौड़ी नहीं कीती, ते उहदा भाव पिछे ये हुंदा है भी इहदे कर्म ही इन्ने माड़े ने भी ये बंदा जिहड़ा है इसने किसे नाल अपनी सांझ ही इन्नी नहीं रखी भी कोई इहदे तक बौड़े। पर शब्द आपां ये वरदे वेखो अजे तक कोई रिश्तेदार इहदे बौड़िया नहीं। क्यों नहीं बौड़िया? उहदा अगला कारण, अगला पुछेगा ना भी की इहदे रिश्तेदार गलत ने, नहीं फिर दूजा एक्सप्लेन करदा नहीं वो नहीं गलत, दरअसल इसे दी वड्डी गलती है, भुल इहदी है। तो हुण जदों इत्थे कहना अजे सो रब ना बौड़ियो, उहदा भाव पहली पंक्ति च भी क्यों नहीं बौड़िया, क्यों रब तक रसाई नहीं हुई? क्योंकि वकारां दा प्रभाव जोर दे उत्ते इहदे जीवन च, ते सुरत इहदी कमज़ोर ते खीण है, रब हुण चेते ही नहीं आउंदा, इन्ना भुल गया, इन्नी दूरी बन गई है भी वो पैंडा हुण कवर नहीं हो रहा, इन्ना क विसर गया मनुख नूं भी हुण रब चेते ही नहीं आ रहा, इन्ना भुलक्कड़ हो गया। अजय सो रब ना बौड़ियो, देख बंदे के भाग। अगले श्लोक विच फरमाउंदे हन, कागा करंग टंडोलिया सगड़ा खाया मास, ए दोए नैना मत छुहो फिर देखन की आस। कहंदे कागा ने, कागा करंग टंडोलिया, करंग कहंदे ने पिंजर नूं, जिहड़ा हड्डियां दी मुठ रह गया, आपां कहने करंग जिहा रह गया, यानी कि मास उठ गया होवे, चर्बी घट गई होवे, हड्डियां दिसन लग पैण, इन्ना लिस्सा कोई कमज़ोर हो जाए उहनूं आपां करंग कह देने। आम तौर पर जिथे मरे पशु सुटे जाते सन उत्थे हौली हौली इल्लां कां इहो ਜਿਹੇ ਜਿਹੜੇ ਜਨੌਰ सन ਜਾਂ कुत्ते आदि सन ਉਹ मांस नोच नोच के खा लेंदे सन। कुछ धुੱਪ नाल गल सड़ ਜਾਂਦਾ ਸੀ ਤੇ हड्डियां ਜਿਹੜੀਆਂ सन ਉਹ ਫਿਰ ਪਸ਼ੂਆਂ ਦੀਆਂ ਉੱਥੇ ਰਹਿ ਜਾਂਦੀਆਂ ਸੀ, ਉਹਨੂੰ ਕਰੰਗ ਕਿਹਾ ਜਾਂਦਾ ਸੀ। करंगी लगा हंस जिवें एक प्रतीक बाणी च आया, करंग नूं यानी कि मुर्दे दे हड्ड चूसने, मुर्दे दे भी हड्ड चूस लेने, यानी कि इस हद तक अगले नूं खा जाना, डकार जाना। तो इत्थे जिहड़ा प्रतीक है इत्थे है
ਕਾਗਾਂ ਕਰੰਗ ਢੰਡੋਲਿਆ। ਇਹ ਨਹੀਂ ਵੀ ਵਿਕਾਰਾਂ ਨੇ ਜ਼ੋਰ ਪਾਇਆ ਤੇ ਗਲਤੀਆਂ ਹੋਈਆਂ ਤੇ ਗੱਲ ਖਹਿੜਾ ਛੁੱਟ ਗਿਆ, ਨਹੀਂ। ਵਿਕਾਰ ਇਸ ਨੂੰ ਚੂਸਣ ਤੱਕ ਜਾਂਦੇ ਨੇ, ਇਸ ਨੂੰ ਡਕਾਰ ਜਾਂਦੇ ਨੇ ਪੂਰੀ ਤਰ੍ਹਾਂ ਨਾਲ। ਇੱਕ ਪ੍ਰਤੀਕ ਆਉਂਦਾ ਬਾਣੀ 'ਚ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ। ਆਮ ਤੌਰ 'ਤੇ ਦੰਦ ਜਿਹੜੇ ਕੁਦਰਤ ਨੇ ਸਾਨੂੰ ਦਿੱਤੇ ਨੇ, ਚਿੱਥਣ ਲਈ ਦਿੱਤੇ ਨੇ, ਭੋਜਨ ਨੂੰ ਚਿੱਥ ਕੇ ਖਾਣ ਲਈ। ਹੁਣ ਬੰਦਾ ਇਹਨਾਂ ਦੀ ਵਰਤੋਂ ਹੀ ਨਾ ਕਰੇ ਤੇ ਉਹਨੂੰ ਆਪਾਂ ਨਿਗਲਣਾ ਹੀ ਕਵਾਂਗੇ ਨਾ, ਡਕਾਰਨਾ ਉਸੇ ਨੂੰ ਕਹਿੰਦੇ ਨੇ ਸਾਡੀ ਬੋਲੀ 'ਚ। ਤੇ ਹੁਣ ਜਿਵੇਂ ਕੋਈ ਦੰਦਾਂ ਦਾ ਪ੍ਰਯੋਗ ਵਰਤੋਂ ਕੀਤੇ ਬਿਨਾਂ ਹੀ ਕੋਈ ਚੀਜ਼ ਅੰਦਰ ਸੁੱਟ ਲੈ, ਉਹਨੂੰ ਆਪਾਂ ਕਹਿੰਦੇ ਨਿਗਲ ਗਿਆ। ਮਾਇਆ ਮਮਤਾ ਵੁਣ ਜਿਨ ਵਿਣ ਦੰਦ, ਯਾਨੀ ਕਿ ਹੌਲੀ ਹੌਲੀ ਨਹੀਂ, ਉਹਨੇ ਸਬੂਤਾ ਹੀ ਨਿਗਲ ਲਿਆ, ਇਹਦਾ ਕੋਈ ਪਹਿਲੂ ਛੱਡਿਆ ਹੀ ਨਹੀਂ ਸਾਬਤਾ। ਤੋ ਇੱਥੇ ਭਾਵ ਇਹੀ ਹੈ, ਕਾਗਾਂ ਕਰੰਗ ਢੰਡੋਲਿਆ, ਕਰੰਗ ਨੂੰ ਫਰੋਲ ਦਿੱਤਾ ਹੈ, ਭਾਵ ਬੁਰੀ ਤਰ੍ਹਾਂ ਨਾਲ ਇਸ ਨੂੰ ਆਪਣਾ ਖਾਜਾ ਬਣਾ ਲਿਆ। ਸਗਲਾ ਖਾਇਆ ਮਾਸ, ਇਹਦੀ ਸਾਰੀ ਤਾਕਤ ਚੂੰਢ ਲਈ ਹੈ, ਇਹਦੀ ਪਛਾਣ ਹੀ ਨਹੀਂ ਰਹਿਣ ਦਿੱਤੀ। ਇਸ ਅੰਦਰ ਕੋਈ ਅਹਿਸਾਸ ਨਾਮ ਦੀ ਚੀਜ਼ ਹੀ ਨਹੀਂ ਰਹਿਣ ਦਿੱਤੀ ਵੀ ਇਹਨੂੰ ਕੋਈ ਦਇਆ ਦਾ ਅਹਿਸਾਸ ਹੋਵੇ, ਕੋਈ ਸਬਰ ਦਾ ਅਹਿਸਾਸ ਹੋਵੇ, ਕੋਈ ਧਰਮ ਦਾ ਅਹਿਸਾਸ ਹੋਵੇ, ਕੋਈ ਪਰਉਪਕਾਰ ਦੀ ਭਾਵਨਾ ਪੈਦਾ ਹੋਵੇ। ਜਦੋਂ ਇਹ ਸਿਚੁਏਸ਼ਨ ਪੈਦਾ ਹੋ ਜਾਏ ਤੇ ਸਮਝੋ ਵੀ ਇਹਦਾ ਸਾਰਾ ਮਾਸ ਖਾ ਕੇ, ਯਾਨੀ ਕਿ ਇਹਦਾ ਕਰੰਗ ਤੱਕ ਫਰੋਲ ਮਾਰਿਆ। ਇੰਨਾ ਡੂੰਘਾ ਪ੍ਰਭਾਵ ਜਿਹੜਾ ਇਹਦੇ ਜੀਵਨ ਦੇ ਉੱਤੇ ਬਦੀ ਦਾ, ਔਗਣਾਂ ਦਾ, ਵਿਕਾਰਾਂ ਦਾ, ਮੰਦੇ ਵਿਹਾਰ ਦਾ ਪੈ ਗਿਆ। ਤੇ ਫਿਰ ਅੱਗੇ ਜਾ ਕੇ ਇੱਕ ਇਸ਼ਾਰਾ ਬੜਾ ਬਾਕਮਾਲ ਕੀਤਾ ਹੈ ਬਾਬਾ ਫਰੀਦ ਸਾਹਿਬ ਨੇ, ਇਹ ਦੋਏ ਨੈਣਾ ਮਤ ਛੋਹੋ। ਬੰਦੇ ਦਾ ਬਚਾਅ ਕਿਵੇਂ ਹੋ ਸਕਦਾ ਹੈ, ਉਸ ਨੂੰ ਇਸ ਪ੍ਰਤੀਕ ਵਿੱਚ ਸਮਝਾਇਆ ਵੀ ਹੇ ਕਾਗੋ, ਮੇਰੀਆਂ ਦੋ ਅੱਖਾਂ ਨਾ ਖਾਣਾ। ਜੀਵਨ ਵਿੱਚ ਇੱਕੋ ਹੀ ਉਮੀਦ ਹੈ, ਪਰਮੇਸ਼ਰ ਵਾਹਿਗੁਰੂ ਦੇ ਮਿਲਾਪ ਦੀ। ਉਹ ਉਮੀਦ ਕੀ ਹੈ? ਮੇਰੀਆਂ ਦੋ ਅੱਖਾਂ, ਮੈਂ ਅੱਖਾਂ ਨਾਲ ਉਸ ਦੇ ਦੀਦਾਰ ਚਾਹੁੰਦਾ। ਇਹ ਹੁਣ ਬੜਾ ਬਾਕਮਾਲ ਪ੍ਰਤੀਕ ਹੈ। ਇਹਨੂੰ ਥੋੜ੍ਹਾ ਜਿਹਾ ਮੈਂ ਵਿਆਖਿਆ ਸਹਿਤ ਸਾਂਝਿਆਂ ਕਰਨ ਦਾ ਯਤਨ ਕਰਦਾ। ਬਾਬਾ ਸ਼ੇਖ ਫਰੀਦ ਸਾਹਿਬ ਜੀ ਦੀ ਤਸਵੀਰ ਬਾਜ਼ਾਰ 'ਚ ਬੜੀ ਵਿਕੀ ਹੈ, ਅਜੇ ਵੀ ਵਿਕਦੀ ਹੈ। ਦਰਅਸਲ ਬਾਣੀ ਦੇ ਭਾਵ ਨੂੰ ਅਣਗੌਲਿਆਂ ਕਰਕੇ ਤੇ ਅਸੀਂ ਜਿਹੜਾ ਉਹ ਆਪਣੇ ਮਨ ਘੜਤ ਪ੍ਰਤੀਕ ਜਿਹੜੇ ਸਨ, ਉਹਨਾਂ ਪ੍ਰਤੀਕਾਂ ਦੀ ਮਨ ਘੜਤ ਵਿਆਖਿਆ ਦੇ ਵਿੱਚ ਤਸਵੀਰਾਂ ਬੁੱਤ ਘੜਦਾ। ਇਹ ਤਸਵੀਰ ਇਕੱਲੀ ਕਾਗਜ਼ 'ਤੇ ਨਹੀਂ ਬਣੀ, ਵੱਡੇ ਵੱਡੇ ਬੁੱਤ ਵੀ ਬਣ ਗਏ, ਪੰਜਾਬ 'ਚ ਹੀ ਮੌਜੂਦ ਨੇ ਬੜੀ ਥਾਈਂ। ਬਾਬਾ ਸ਼ੇਖ ਫਰੀਦ ਸਾਹਿਬ ਬਜ਼ੁਰਗੀ ਦੀ ਅਵਸਥਾ ਵਿੱਚ ਨੇ, ਜੋ ਤਸਵੀਰ ਵਿੱਚ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਬਜ਼ੁਰਗ ਨੇ ਤੇ ਉਹਨਾਂ ਨੇ ਢੋਲ ਲਾਈ ਹੋਈ ਹੈ, ਅੱਧ ਲੇਟਿਆ, ਜਿਹਨੂੰ ਆਪਾਂ ਬੰਦਾ ਕਹਿ ਦਿੰਦੇ ਨਾ, ਅੱਧ ਲੇਟਿਆ ਹੋਇਆ। ਉਹਨਾਂ ਦੇ ਸਿਰ ਦੇ ਉੱਤੇ ਵੀ ਨਾ ਤੇ ਦਸਤਾਰ ਹੈ, ਸਿਰੋਂ ਉਹਨਾਂ ਦੀ ਤਸਵੀਰ ਨੰਗਿਆਂ ਦੀ ਬਣਾਈ ਗਈ ਹੈ। ਕੇਸ ਵੀ ਨਾਮ ਮਾਤਰ ਵਿਖਾਏ ਗਏ, ਦਾੜਾ ਪੂਰਾ ਵਿਖਾਇਆ ਗਿਆ। ਉਸ ਤਸਵੀਰ ਦੇ ਵਿੱਚ ਕਾਂ ਉਹਨਾਂ ਦੇ ਸਰੀਰ ਨੂੰ ਚੂੰਢ ਰਹੇ ਨੇ, ਠੂੰਗੇ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ। ਨਾਲ ਇੱਕ ਸੁੱਕਾ ਜਿਹਾ ਰੁੱਖ ਬਣਾ ਕੇ ਤੇ ਉਹਦੇ ਉੱਤੇ ਕੁਝ ਕਾਂ ਬਿਠਾਏ ਨੇ, ਕੁਝ ਉਹਨਾਂ ਨੂੰ ਚੂੰਢਣਾ ਚਾਹੁੰਦੇ ਨੇ। ਤੇ ਆਪਣੇ ਅੰਗੂਠੇ ਨਾਲ ਦੀਆਂ ਦੋ ਉਂਗਲਾਂ ਜਿਹੜੀਆਂ ਨੇ, ਉਹਨਾਂ ਨੇ ਆਪਣੀਆਂ ਅੱਖਾਂ ਵੱਲ ਕੀਤੀਆਂ ਹੋਈਆਂ ਨੇ। ਮਨ ਉਹ ਕਾਵਾਂ ਨੂੰ ਸਮਝਾ ਰਹੇ ਨੇ ਵੀ ਇਹ ਦੋਏ ਨੈਣਾ ਮਤ ਛੋਹੋ, ਫਿਰ ਦੇਖਣ ਕੀ ਆਸ। ਤੇ ਥੱਲੇ ਸ਼ਲੋਕ ਵੀ ਦਰਜ ਕੀਤਾ, ਲਿਖਿਆ ਹੋਇਆ ਤਸਵੀਰਾਂ ਵਾਲਿਆਂ, ਬੁੱਤਾਂ ਵਾਲਿਆਂ ਨੇ ਇਹ ਸ਼ਲੋਕ ਥੱਲੇ ਦਰਜ, ਇਹ ਦੋਏ ਨੈਣਾ ਮਤ ਛੋਹੋ, ਫਿਰ ਦੇਖਣ ਕੀ ਆਸ। ਹੁਣ ਜਿਸ ਵੇਲੇ ਓਪਰੀ ਨਜ਼ਰ ਨਾਲ ਵੇਖੀਏ ਸੋਹਣਾ ਲੱਗਦਾ ਹੈ, ਖੂਬਸੂਰਤ ਲੱਗਦਾ ਹੈ। ਜੇ ਬਾਣੀ ਦੇ ਭਾਵ ਤੋਂ ਦ੍ਰਿਸ਼ਟੀ ਮਾਰੀਏ, ਨਜ਼ਰ ਮਾਰੀਏ, ਪਾਰਖੂ ਬਿਰਤੀ ਨਾਲ ਵੇਖੀਏ ਤੇ ਇਵੇਂ ਲੱਗਦਾ ਵੀ ਸ਼ਲੋਕ ਨੂੰ ਅਣਗੌਲਿਆਂ ਕਰਕੇ, ਉਹਦੇ ਭਾਵ ਨੂੰ ਅਣਗੌਲਿਆਂ ਕਰਕੇ, ਕੇਵਲ ਉਹਦੀ ਭਾਸ਼ਾ ਨੂੰ ਸਾਹਮਣੇ ਰੱਖ ਕੇ ਆਪਣੀ ਮਰਜ਼ੀ ਨਾਲ ਤਸਵੀਰ ਕੱਢ ਲਈ ਗਈ। ਇਤਰਾਜ਼ ਬਹੁਤ ਹੋ ਸਕਦੇ ਨੇ, ਪਰ ਮੈਂ ਸੰਖੇਪ ਵਿੱਚ ਕੇਵਲ ਇੰਨਾ ਕਹਾਂਗਾ ਵੀ ਇੱਥੇ ਭਾਵ ਇਹਨਾਂ ਦੋ ਅੱਖਾਂ ਤੋਂ ਨਹੀਂ। ਪਹਿਲੀ ਤਾਂ ਗੱਲ, ਬਾਬਾ ਫਰੀਦ ਸਾਹਿਬ ਨਾ ਤਾਂ ਬੁੱਤ ਪ੍ਰਸਤ ਸਨ ਤੇ ਨਾ ਉਹਨਾਂ ਦੇ ਬੁੱਤ ਦੀ ਸਾਨੂੰ ਜ਼ਰੂਰਤ ਸੀ। ਜਿਨ੍ਹਾਂ ਨੇ ਆਪ ਸਾਰੀ ਜ਼ਿੰਦਗੀ 'ਚ ਬੁੱਤ ਪ੍ਰਸਤੀ ਨਹੀਂ ਕੀਤੀ, ਖੁਦਾ ਪ੍ਰਸਤੀ ਕੀਤੀ ਹੋਵੇ, ਇਹ ਸਰਾਸਰ ਉਹਨਾਂ ਦੀ ਬੇਅਦਬੀ ਹੈ। ਇਹ ਉਹਨਾਂ ਦੇ ਬੁੱਤ ਬਣਾ ਕੇ ਕੋਈ ਇਸ ਤਰ੍ਹਾਂ ਆਪਣੀ ਗੱਲ ਆਪਣੇ ਢੰਗ ਨਾਲ ਕੋਈ ਉਹਨਾਂ ਨੂੰ ਪੇਸ਼ ਕਰ ਲੈ। ਤਸਵੀਰ ਬਣਾਉਣ ਵਾਲੇ ਨੇ
ਖਾਮੀਆਂ ਬਹੁਤ ਰੱਖੀਆਂ, ਨਾ ਉਹਨਾਂ ਦੇ ਸੀਸ ਉੱਤੇ ਦਸਤਾਰ ਵਿਖਾਈ। ਜਿਹੜੇ ਕਹਿੰਦੇ ਨੇ ਆਪਣੀ ਬਾਣੀ ਦੇ ਵਿੱਚ, ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ, ਇਹਦਾ ਭਾਵ ਉਹਨੂੰ ਫਰੀਦ ਸਾਹਿਬ ਜੀ ਦਾ ਸਰੂਪ ਵੀ ਸਮਝ 'ਚ ਨਹੀਂ ਆਇਆ ਵੀ ਉਹ ਕੀ ਨੇ। ਕੇਸਹੀਨ ਤੇ ਦਸਤਾਰਹੀਨ ਵਿਖਾ ਕੇ, ਉਹ ਵੈਸੇ ਤਾਂ ਬਹੁ ਭਗਤਾਂ ਨੂੰ ਐਵੇਂ ਵਿਖਾਇਆ ਗਿਆ, ਪਰ ਇਹ ਪ੍ਰਚਲਿਤ ਹੈ, ਮੈਂ ਇਸ ਕਰਕੇ ਜ਼ਿਕਰ ਕਰ ਰਿਹਾ। ਤੀਜੀ ਬਾਤ ਇਹ ਹੈ ਵੀ ਉੱਥੇ ਕੀ ਬਾਬਾ ਫਰੀਦ ਸਾਹਿਬ ਕਾਵਾਂ ਨਾਲ ਗੱਲਾਂ ਕਰਦੇ ਨੇ? ਕਿ ਕਾਂ ਐਵੇਂ ਸਮਝ ਜਾਂਦੇ ਨੇ? ਕੀ ਧਰਮ ਗ੍ਰੰਥ ਤੇ ਬਾਣੀ ਜਿਹੜੀ ਉਹ ਕਾਵਾਂ ਲਈ ਲਿਖੀ ਜਾਂਦੀ ਹੈ? ਦੁਨੀਆ 'ਚ ਕਿਹੜਾ ਮਜ਼ਹਬੀ ਧਰਮ ਗ੍ਰੰਥ, ਦੁਨੀਆ ਦਾ ਕਿਹੜਾ ਫਿਲਾਸਫਰ, ਦਾਰਸ਼ਨਿਕ, ਮਹਾਂਪੁਰਖ ਹੈ ਜਿਸ ਨੇ ਪਸ਼ੂਆਂ ਤੇ ਪੰਛੀਆਂ ਲਈ ਗ੍ਰੰਥ ਲਿਖਿਆ? ਕੋਈ ਹੈ? ਪ੍ਰਤੀਕ ਵਰਤੇ, ਉਦਾਹਰਣਾਂ ਵਰਤੀਆਂ, ਪਰ ਕਿਸੇ ਨੇ ਅੱਜ ਤੱਕ ਪਸ਼ੂਆਂ ਦੀ ਮੰਡਲੀ ਵਿੱਚ ਜਾ ਕੇ ਉਪਦੇਸ਼ ਨਹੀਂ ਦਿੱਤੇ। ਪਰ ਚੌਥੀ ਗੱਲ ਇਹ ਹੈ ਕਿ ਕੀ ਇਹਨਾਂ ਦੋ ਨੇਤਰਾਂ ਨਾਲ ਖੁਦਾ ਦੇ ਦੀਦਾਰ ਪ੍ਰਵਾਨ ਕੀਤੇ ਗਏ ਨੇ? ਹਾਂ, ਗੁਰਬਾਣੀ ਵਿੱਚ ਅਕਾਲ ਪੁਰਖ ਦਾ ਜੋ ਸੰਕਲਪ ਹੈ, ਉਹ ਉਸ ਮੁਤਾਬਕ ਉਹਦੀ ਜੋ ਐਕਸਪਲੇਨੇਸ਼ਨ ਹੈ ਉਹ ਹੈ ਨਿਰਗੁਣ, ਸਰਗੁਣ, ਨਿਰੰਕਾਰ, ਸ਼ੁੰਨ ਸਮਾਧੀ ਆਪ। ਸਰਗੁਣ ਰੂਪ ਦੇ ਵਿੱਚ ਮੈਂ ਦੋ ਪੰਕਤੀਆਂ ਮਹਾਰਾਜ ਗੁਰੂ ਨਾਨਕ ਸਾਹਿਬ ਦੀਆਂ ਸਾਂਝੀਆਂ ਕਰਦਾ। ਸਹਸ ਤਵ ਨੈਣ, ਤੇਰੀਆਂ ਹਜ਼ਾਰਾਂ ਹੀ ਅੱਖਾਂ ਹਨ। ਕਿਹੜੀਆਂ? ਸੰਸਾਰ ਦੇ ਅਸੀਂ ਜਿੰਨੇ ਵੀ ਜੀਵ ਹਾਂ, ਸਾਡੀਆਂ ਜਿਹੜੀਆਂ ਅੱਖਾਂ ਨੇ ਪਰਮੇਸ਼ਰ ਦੀਆਂ ਹੀ ਨੇ, ਵੀ ਉਹਦੀ ਪ੍ਰੋਡਕਸ਼ਨ ਹੈ ਤੇ ਉਹਦੀਆਂ ਹੀ ਹੋਈਆਂ ਨਾ। ਨਨ ਨੈਣ ਹੈ ਤੋਹਿ ਕੋ, ਪਰ ਤੇਰੀ ਆਪਣੀ ਇੱਕ ਵੀ ਅੱਖ ਨਹੀਂ ਮੈਂ ਕਹਿ ਸਕਾਂ ਵੀ ਹੇ ਵਾਹਿਗੁਰੂ ਆਹ ਤੇਰੀ ਅੱਖ ਹੈ, ਤੇਰੀ ਅੱਖ ਦਾ ਆਕਾਰ ਹੈ, ਤੇਰੀ ਅੱਖ ਇਹੋ ਜਿਹੀ ਹੁੰਦੀ ਹੈ। ਸਹਸ ਤਵ ਨੈਣ ਨਨ ਨੈਣ ਹੈ ਤੋਹਿ ਕੋ, ਸਹਸ ਮੂਰਤ ਨਨਾਇਕ ਤੋਹਿ। ਸੰਸਾਰ ਦੀਆਂ ਹਜ਼ਾਰਾਂ ਇਹ ਸੂਰਤਾਂ ਮੂਰਤਾਂ ਸਭ ਤੇਰੀਆਂ ਹੀ ਨੇ, ਜਿੰਨੇ ਤੂੰ ਜੀਵ ਪੈਦਾ ਕੀਤੇ ਤੇਰਾ ਹੀ ਰੂਪ ਨੇ। ਸਰਗੁਣ ਰੂਪ ਵਿੱਚ ਇਹ ਤੇਰਾ ਹੀ ਰੂਪ ਨੇ, ਪਰ ਨਿਰਗੁਣ ਸਰੂਪ ਵਿੱਚ ਤੇਰਾ ਆਪਣਾ ਇੱਕ ਵੀ ਸਰੂਪ ਨਹੀਂ। ਕੋਈ ਨਹੀਂ ਦੱਸ ਸਕਦਾ ਵੀ ਤੇਰਾ ਸਰੂਪ ਕਿਹੋ ਜਿਹਾ। ਸਹਸ ਪਦ ਬਿਮਲ ਨਨ ਏਕ ਪਦ, ਗੰਧ ਬੇਨ, ਪਦ ਪੈਰ ਨੂੰ ਕਹਿੰਦੇ ਹਨ, ਗੰਧ ਨੱਕ ਨੂੰ ਕਹਿੰਦੇ ਹਨ। ਸਹਸ ਤਵ ਗੰਧ ਇਵ ਚਲਤ ਮੋਹੀ। ਤੋ ਕਿੰਨੀ ਖੂਬਸੂਰਤ ਵਿਆਖਿਆ ਇਹਨਾਂ ਦੋ ਪੰਕਤੀਆਂ ਵਿੱਚ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਆਪਾਂ ਰੋਜ਼ ਪੜ੍ਹਦੇ ਹਾਂ। ਤੇ ਸਾਨੂੰ ਇਹ ਵੀ ਦੱਸਿਆ ਇਤਿਹਾਸਕਾਰਾਂ ਨੇ, ਸਾਖੀਕਾਰਾਂ ਨੇ, ਕਿ ਮਹਾਰਾਜ ਨੇ ਸ਼ਬਦ ਜਿੱਥੇ ਮੂਰਤੀ ਨੂੰ ਭਗਵਾਨ ਮੰਨ ਕੇ ਆਰਤੀ ਕੀਤੀ ਜਾਂਦੀ ਉੱਥੇ ਉਚਾਰਿਆ, ਤੇ ਸਾਰੇ ਸ਼ਬਦ ਵਿੱਚ ਹੀ ਸਰਗੁਣ ਵਿਆਖਿਆ ਕੀਤੀ। ਸਰਗੁਣ ਪਰਮੇਸ਼ਰ ਵਾਹਿਗੁਰੂ ਦੇ ਤੇ ਨਿਰਗੁਣ ਸਰੂਪ ਪਰਮੇਸ਼ਰ ਦੇ ਜ਼ਿਕਰ ਕਰਕੇ ਤੇ ਸਾਨੂੰ ਦੱਸਿਆ ਵੀ ਅਕਾਲ ਪੁਰਖ ਵਾਹਿਗੁਰੂ ਤੇ ਸਭ ਮੈਂ ਜੋਤ ਜੋਤ ਹੈ ਸੋਏ। ਫਿਰ ਹੋਰ ਮੈਂ ਇੱਕ ਉਦਾਹਰਣ ਦੇਣਾ, ਇਸ ਤੋਂ ਵੱਡੀ ਸਾਡੇ ਕੋਲ ਕੀ ਉਦਾਹਰਣ ਹੋ ਸਕਦੀ ਹੈ? ਬਾਬਾ ਸ਼ੇਖ ਫਰੀਦ ਸਾਹਿਬ ਜੀ, ਜਿਹੜੇ ਕਹਿੰਦੇ ਨੇ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਐ। ਹਿਆਲੀਐ ਕੀ ਕਹਿੰਦੇ ਹਨ? ਹਿਰਦੇ 'ਚ ਵਸੀ ਰੱਬ ਹਿਆਲੀਐ। ਉਹ ਕਹਿੰਦੇ ਨੇ ਹਿਰਦੇ ਦੇ ਵਿੱਚ ਹੈ, ਤੇ ਤੂੰ ਬਾਹਰ ਕੀ ਢੂੰਡਦਾ, ਕੀ ਲੱਭਦਾ, ਜੰਗਲਾਂ 'ਚ ਕੀ ਲੱਭਦਾ, ਆਸੇ ਪਾਸੇ ਕੀ ਤੱਕਦਾ। ਹੁਣ ਜਿਹੜੇ ਬਾਬਾ ਫਰੀਦ ਸਾਹਿਬ ਇਹ ਕਹਿੰਦੇ ਵੀ ਹਿਆਲੀਏ, ਕਿ ਉਹ ਉਮੀਦ ਲਾਈ ਬੈਠੇ ਨੇ ਵੀ ਮੇਰੀਆਂ ਬਾਕੀ ਸਰੀਰ ਖਾ ਜਾਓ, ਅੱਖਾਂ ਬਚ ਜਾਣ, ਮੈਂ ਅੱਖਾਂ ਨਾਲ ਰੱਬ ਵੇਖ ਲੈਣਾ। ਤੇ ਹਿਰਦੇ ਵਿੱਚ ਦੁਨੀਆ ਨੂੰ ਤਾਂ ਦੱਸਿਆ ਵੀ ਹਿਰਦੇ 'ਚ ਹੈ, ਤੇ ਆਪ ਕਾਵਾਂ ਨੂੰ ਸਮਝਾਉਣ ਲੱਗ ਪਿਆ ਵੀ ਬਾਹਰ ਹੈ, ਮੈਂ ਬਾਹਰ ਵੇਖਣਾ, ਇਹਨਾਂ ਅੱਖਾਂ ਨਾਲ ਤੱਕਣਾ। ਨਾਲ ਬੜੀ ਇਹ ਚੰਬੇ ਵਾਲੀ ਗੱਲ ਹੈ। ਬਾਬਾ ਨਾਮਦੇਵ ਸਾਹਿਬ ਜੀ ਦਾ ਇੱਕ ਵਾਕ ਆਉਂਦਾ ਹੈ, ਔਰ ਵਾਕ ਦੀ ਜਿਹੜੀ ਬੋਲੀ ਹੈ ਬੜੀ ਤਾੜਨਾ ਭਰੀ ਔਰ ਬੜੀ ਸੰਵਾਦਕ ਹੈ। ਉਹਦੇ ਵਿੱਚ ਉਹਨਾਂ ਨੇ ਫਰਮਾਇਆ, ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ। ਜਦੋਂ ਇਹ ਵਾਕ ਪੜ੍ਹੀਦਾ ਹੈ, ਸੋਚ ਵਿਚਾਰ ਵੱਲ ਮਨ ਜਾਂਦਾ ਹੈ ਵੀ ਬਾਬਾ ਨਾਮਦੇਵ ਸਾਹਿਬ ਜੀ ਨੇ ਐਸਾ ਸ਼ਬਦ ਕਿਉਂ ਕਿਹਾ। ਉਹਨਾਂ ਨੇ ਇੱਕ ਉੱਪਰਲੇ ਪੱਧਰ ਦੇ ਉੱਤੇ, ਜਿਹਨੂੰ ਆਪਾਂ ਕਹਿੰਦੇ ਨਾ ਵਿਸ਼ਲੇਸ਼ਣ ਕਰਕੇ ਕਿਸੇ ਗੱਲ ਨੂੰ ਬਿਆਨ ਕਰਨਾ, ਉਹਨਾਂ ਦੀ ਦ੍ਰਿਸ਼ਟੀ 'ਚ ਹਿੰਦੂ ਮੁਸਲਮਾਨ ਦਾ ਕੋਈ ਭੇਦ ਨਹੀਂ, ਸਾਰੇ ਰੱਬ ਦੇ ਬੰਦੇ ਨੇ। ਪਰ ਇਹਦੀ ਵਿਆਖਿਆ ਕਰਨ ਵਾਲਿਆਂ ਨੇ ਬਾਣੀ ਦੀ ਵਿਆਖਿਆ ਦੇ ਵਿੱਚ ਲਿਖਿਆ, ਅਰਥਕਾਰਾਂ ਨੇ, ਟੀਕਾਕਾਰਾਂ ਨੇ, ਵੀ ਇੱਥੇ ਸ਼ਬਦ ਹਿੰਦੂ ਜਿਹੜਾ ਹੈ ਨਾ, ਉਹ ਬਹੁਤ ਸੰਮਤੀ ਵਾਸਤੇ ਵਰਤਿਆ, ਤੇ ਅੰਨਾ ਸ਼ਬਦ ਇਸ ਕਰਕੇ ਵਰਤਿਆ ਵੀ ਜਿੱਥੇ ਸ਼ਰਧਾ ਵੀ ਤੇ ਗਿਆਨ ਵੀ ਦੋ ਅੱਖਾਂ ਮੰਨੀਆਂ ਗਈਆਂ ਨੇ, ਸ਼ਰਧਾ ਦੀ ਤੇ ਗਿਆਨ ਦੀ।
जिथे शरधा ते ज्ञान दोवां दी ही घाट होवे उत्थे बंदा अन्ना। काणा किहनूं कहा जे जिहदी एक अख काम करदी एक नहीं करदी। अन्ना उहनूं कहदे जिहदियां दोवें अखां ही काम नहीं करदी। एक दी एक अख सलामत है, वो किहड़ी है? विश्वास दी, यकीन दी। हुण इत्थे भाव की सी भी कुछ पुजारियां ने यह प्रचार दिता, उन्हें आख्या भी जिहड़ा रब है वो दक्षिण दिशा विच रहिंदा है। दक्षिण देश हरी का बासा, पश्चिम अल्लाह मुकामा। उन्होंने भी रब एक दिशा विच मिथ्या। ते ये तो हो गई भी उन्हां दी ज्ञान की अख सलामत नहीं। ज्ञान नहीं भी परमेश्वर ते सब जगह ते है। हालांकि ग्रंथां च लिखिया सी भी रब सबनी थाई है, फिर भी वो भुल गए। ते जिहड़ा सी ना शरधा उन्हां दी इस कदर अंध विश्वास की झोली च जा पई भी उन्हां अपने भगवानां दे नाल, जिन्हां नूं वो देवते मनदा, नाल ही ऐसियां कथा कहानियां जोड़ियां भी आम सधारण बंदा भी उन्हां दा जिक्र करन तो तरहिंदा है। देवतियां नूं भी वकारी विखाया, जिन्हां नूं भगवान कह के पूजदे ने उन्हां नाल ही बड़ियां गलत गल्लां जोड़ के प्रचारियां ते उन्हां नूं मन्निया ते विश्वास कर लिया उन्हां दे उत्ते। जानी कि अपने आइडियल दे विच ही हज़ारां कमियां खुद ही साबित कर लईआं। दूजे पक्ष विच काणा शब्द इस करके वरतया भी उहदी एक अख सलामत है, वो है यकीन दी, विश्वास दी, ते ज्ञान दी अख विच काण है। वैसे भी सतगुरु गुरु नानक साहब दा वाक पढ़ीए ना, जिथे महाराज कहंदे ने लोएण सुरत करे, सुरती दियां अखां नाल उस परमेश्वर दे दीदार हुंदे हन। सुरती दियां अखां नाल लोएण लोई डिठ प्यास न बुझै मूकणी, नानक से अखड़ियां बयान जिनी डसंदो मापी। तो इत्थे भाव है बंदा जे अपने अंदर शरधा ते ज्ञान दे दो भाव पैदा कर लै, यकीन ते विश्वास नूं पैरालल तवाजन विच रख के जिंदगी दे मार्ग दे उत्ते चले, ते परमेश्वर वाहिगुरू दे मिलाप दी उम्मीद रहिंदी है। वाहिगुरू तक रसाई हुंदी है, उहदे दीदार हुंदे ने। ते भावें शरीर जीवन किन्नियां भी विकारी कमजोरियां का शिकार हो जाए, बंदा उभर जाता है, इन्हां विकारी कमजोरियां तो बच जाता है जे वो अपनी शरधा ते ज्ञान दे इन्हां दो नेत्रां नूं विकारां तो हौली हौली मुक्त करके ते दोबारा अपने धर्म नूं, अपने सच नूं हंडाउण दा यतन करे। तीसरा श्लोक इस दे नाल ही है, फरमाउंदे हन कागा चूंड न पिंजरा, बसै तां उडर जाहे, जित पिंजरै मेरा शहो वसै, मास न तिदू खाहे। हे कागा भाव हे विकार, चूंड ना पिंजरा, मेरे शरीर नूं हुण चूंड ना, खा ना, डकार ना, होर इस दी तबाही ना कर, बर्बाद ना कर। बसै तां उडर जाए, मेरा तरला है, मेरा खैड़ा छड्ड दे, तेरे वस है, तू इथों चलिया जा। जित पिंजरै मेरा शौ वस है, इस शरीर रूपी पिंजर, इस जीवन दे विच मेरा शौ खसम वाहिगुरू वसदा है, मास ना तिदू, इसदा मास ना नोच। भावे है जे बंदा अपने अंदर दे परमेश्वर का एहसास कर लवे तो विकारां दी गिरफ्त चों मुक्त हो जाता है। अपने असले नाल जुड़ के वो मनुख अपने जीवन का तवाजन कायम कर लैंदा है, सहज विच आ जाता है ते सदा वास्ते विकारां दे मार्ग तो मुक्त हो जाता है। पातशाह बख्शिश करन। अगलेरे श्लोकां दी विचार आपां अगले दीवानां विच करन दा यतन करांगे। होईयां भुल्लां चुक्कां दी महाराज खिमा बख्शण। सबनां दा धन्नवाद। फतेह सांझी करो। वाहिगुरू जी का खालसा, वाहिगुरू जी की फतेह।